ਸਾਰੀ ਦੀ ਸਾਰੀ ਗੁਰਬਾਣੀ ਸਿਰਫ 5 ਚੀਜ਼ਾਂ ਦੇ ਆਲੇ ਦੁਆਲੇ ਘੁੰਮਦੀ ਹੈ। ਬੇਸਿਕਲੀ ਸਾਰੀ ਦੀ ਸਾਰੀ ਗੁਰਬਾਣੀ ਬੇਸਿਕਲੀ 5 ਚੀਜ਼ਾਂ ਦੇ ਆਲੇ ਦੁਆਲੇ ਘੁੰਮ ਰਹੀ ਹੈ। ਇਹ 5 ਚੀਜ਼ਾਂ ਧੁਰਾਂ ਨੇ। ਇਹਦੇ ਆਲੇ ਦੁਆਲੇ ਗੁਰੂ ਨਾਨਕ ਸਾਹਿਬ ਨੇ ਸਾਰੀ ਬਾਣੀ ਰਚੀ। ਉਹ 5 ਚੀਜ਼ਾਂ ਕੀ ਨੇ? ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ। ਇਹਨਾਂ 5 ਚੀਜ਼ਾਂ ਤੋਂ ਬਾਅਦ ਫਿਰ ਇੱਕ ਚੀਜ਼ ਹੋਰ ਹੈ, 6ਵੀਂ, ਜਿਹਦਾ ਹਵਾਲਾ ਮੁਕਤੀ ਦੇ ਨਾਂ 'ਤੇ ਆਉਂਦਾ। ਮੁਕਤੀ ਮਿਲ ਜਾਏ, ਤੈਨੂੰ ਮੋਕਸ਼ ਮਿਲ ਜਾਏ, ਤੂੰ ਦਰਗਾਹ ਦੇ ਵਿੱਚ ਸਾਬਤ ਸੂਰਤ ਪੁੱਜ ਜਾਏ। ਇਹ 6ਵਾਂ ਹਵਾਲਾ ਗੁਰਬਾਣੀ ਵਿੱਚ ਆਉਂਦਾ ਹੈ ਕਿ ਇਹ ਕੰਮ ਹੀ ਕਰਨ ਵਾਲਾ ਹੈ। ਬੇਸਿਕਲੀ 5 ਚੀਜ਼ਾਂ ਨੇ। ਇਹਨਾਂ 5 ਚੀਜ਼ਾਂ ਦਾ ਅਸੀਂ ਕਰਨਾ ਕੀ ਹੈ? ਅਤੇ ਗੁਰੂ ਨਾਨਕ ਸਾਹਿਬ ਨੂੰ ਕੀ ਲੋੜ ਪੈ ਗਈ ਕਿ 1430 ਸਫ਼ੇ ਇਹਨਾਂ 5 ਚੀਜ਼ਾਂ 'ਤੇ ਲਿਖਣ 'ਤੇ ਗੁਰੂ ਨਾਨਕ ਸਾਹਿਬ ਨੇ ਲਾਤੇ। 250 ਸਾਲ ਗੁਰੂ ਨਾਨਕ ਸਾਹਿਬ ਨੂੰ ਇਸ ਦੁਨੀਆ 'ਤੇ ਰਹਿਣਾ ਪਿਆ। ਸਰੀਰ ਖਤਮ ਹੋ ਗਿਆ, ਪਰ ਗੁਰੂ ਨਾਨਕ ਸਾਹਿਬ ਜਾ ਨਹੀਂ ਸਕੇ। ਉਹਨਾਂ ਨੂੰ ਵਿਉਂਤ ਬਣਾਉਣੀ ਪਈ ਕਿ ਮੈਨੂੰ ਅਜੇ ਰੁਕਣਾ ਹੈ, ਮੇਰਾ ਕੰਮ ਬਾਕੀ ਹੈ। ਗੁਰੂ ਅੰਗਦ ਦੇ ਸਰੀਰ ਦੇ ਵਿੱਚ ਵਾਸ ਕਰ ਲਿਆ। ਨਾ ਗੁਰੂ ਅੰਗਦ ਅੰਦਰ ਗੁਰੂ ਨਾਨਕ ਸਾਹਿਬ ਬੈਠੇ ਨੇ, ਨਾ ਗੁਰੂ ਅਮਰਦਾਸ ਅੰਦਰ ਗੁਰੂ ਨਾਨਕ ਸਾਹਿਬ ਬੈਠੇ ਨੇ। ਇਸ ਤਰ੍ਹਾਂ ਹੀ ਸਾਰੀਆਂ ਜਿਹੜੀਆਂ ਜੋਤਾਂ ਬਾਅਦ ਵਿੱਚ ਆਈਆਂ, ਅੰਦਰ ਗੁਰੂ ਨਾਨਕ ਸਾਹਿਬ ਬੈਠੇ ਨੇ। ਅਤੇ ਗੁਰੂ ਨਾਨਕ ਸਾਹਿਬ ਨੇ 250 ਸਾਲ ਲਾ ਕੇ ਇਹਨਾਂ 5 ਗੱਲਾਂ ਦੇ ਉੱਤੇ ਇੰਨਾ ਜ਼ੋਰ ਕਿਉਂ ਪਾਇਆ? ਕਾਰਨ ਕੀ ਸੀ? ਜਦ ਕਿ ਇਹ ਬਿਲਡ ਇਨ ਹਾਰਡਵੇਅਰ ਹੈ ਮਨੁੱਖ ਦੇ ਅੰਦਰ। ਜਿਸਲੇ ਬੰਦਾ ਜਨਮ ਲੈਂਦਾ, ਇਹ ਸਾਰਾ ਕੁਝ ਉਹਦੇ ਅੰਦਰ ਹੈ। ਕੋਈ ਬੰਦਾ ਬਾਹਰੋਂ ਜਾ ਕੇ ਕਾਮ ਨਹੀਂ ਸਿੱਖਦਾ, ਕ੍ਰੋਧ ਨਹੀਂ ਸਿੱਖਦਾ। ਭੁਲੇਖਾ ਲੋਕਾਂ ਨੂੰ ਵੀ ਸਿੱਖ ਲਿਆ। ਕ੍ਰੋਧ ਬੰਦੇ ਨੂੰ ਨੈਚੁਰਲੀ ਆ ਜਾਂਦਾ ਹੈ। ਜਿਵੇਂ ਜਿਵੇਂ ਉਮਰ ਵੱਧਦੀ ਹੈ, ਏਜ ਦੇ ਹਿਸਾਬ ਨਾਲ ਕਿਸੇ ਨੂੰ ਘੱਟ, ਕਿਸੇ ਨੂੰ ਵੱਧ। ਜੇ ਕਿਸੇ ਨੇ ਸਿੱਖ ਲਿਆ ਮਾਂ ਪਿਓ ਤੋਂ ਸੱਜਿਓਂ ਖੱਬਿਓਂ, ਉਹਨੂੰ ਜਲਦੀ ਆ ਜਾਏਗਾ ਅਤੇ ਵੱਧ ਆ ਜਾਏਗਾ। ਹੈ ਉਹਦੇ ਅੰਦਰ ਛੁਪਿਆ ਹੋਇਆ, ਬੰਦਾ ਬਚ ਨਹੀਂ ਸਕਦਾ। ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ, ਇਹਦੇ ਤੋਂ ਬੰਦਾ ਬਚ ਨਹੀਂ ਸਕਦਾ, ਕਿਉਂਕਿ ਦਿਸ ਇਜ਼ ਬਿਲਡ ਇਨ ਹਾਰਡਵੇਅਰ ਹੈ। ਜਿਸ ਵੇਲੇ ਕੰਪਿਊਟਰ ਲੈਂਦੇ ਹੋ, ਉਹਦੀ ਇੱਕ ਹਾਰਡਵੇਅਰ ਹੁੰਦੀ ਹੈ, ਇੱਕ ਹਾਰਡ ਡਰਾਈਵ ਹੁੰਦੀ ਹੈ। ਉਹਨੂੰ ਤੁਸੀਂ ਛੇੜ ਨਹੀਂ ਸਕਦੇ। ਜਿਹੜਾ ਉਹਦਾ ਮੈਨੂਫੈਕਚਰ ਹੈ, ਉਹਨੇ ਉਹ ਅੰਦਰ ਪਾਈ ਹੈ, ਔਰ ਉਹ ਫੀਚਰਸ ਉਹਦੇ ਹੈ ਨੇ। ਉਹਦੇ ਨਾਲ ਤੁਹਾਨੂੰ ਰਹਿਣਾ ਹੀ ਪੈਣਾ। ਉਹਦੇ ਯੂ ਹੈਵ ਟੂ ਡੀਲ ਵਿਦ ਇਟ। ਜਿਹੜੀ ਸਾਫਟਵੇਅਰ ਹੈ, ਉਹ ਤੁਸੀਂ ਪਾਉਂਦੇ ਹੋ ਅਤੇ ਕੱਢਦੇ ਹੋ, ਬਦਲ ਦਿੰਦੇ ਹੋ। ਅੱਗੇ CD ਪੈਂਦੀ ਸੀ, ਹੁਣ ਉਹ ਡਿਸਕ ਜੀ ਪੈ ਜਾਂਦੀ ਹੈ। ਦੇਰ ਇਜ਼ ਨੋ ਡਿਫਰੈਂਸ। ਸੋ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਰੱਬ ਨੇ ਬਣਾ ਕੇ ਬੰਦੇ ਦੇ ਅੰਦਰ ਫਿੱਟ ਕਰ ਦਿੱਤੇ। ਇਹ ਸਾਰੇ ਦੇ ਸਾਰੇ ਅੱਜ ਪ੍ਰੋਬਲਮ ਬਣ ਚੁੱਕੇ ਨੇ। ਬੜੀ ਵੱਡੀ ਪ੍ਰੋਬਲਮ ਹੈ। ਗੁਰੂ ਨਾਨਕ ਸਾਹਿਬ ਨੂੰ 250 ਸਾਲ ਲਾ ਕੇ ਇਹਨੂੰ ਐਡਰੈਸ ਕਰਨਾ ਪਿਆ। ਗੁਰੂ ਨਾਨਕ ਸਾਹਿਬ ਇਹ ਐਡਰੈਸ ਕਰ ਰਹੇ ਨੇ। ਸਾਰਾ ਗੁਰੂ ਗ੍ਰੰਥ ਸਾਹਿਬ ਜਿਸ ਵੇਲੇ ਤੁਸੀਂ ਧਿਆਨ ਨਾਲ ਪੜ੍ਹੋਗੇ, ਬਾਰ-ਬਾਰ ਘੁਮਾ ਕੇ ਗੁਰੂ ਨਾਨਕ ਸਾਹਿਬ ਇੱਕੋ ਹੀ ਗੱਲ ਕਰ ਰਹੇ ਨੇ। ਕਿਧਰੇ ਕਾਮ, ਕਿਧਰੇ ਲੋਭ, ਕਿਧਰੇ ਮੋਹ, ਕਿਧਰੇ ਅਹੰਕਾਰ। ਕਿਧਰੇ ਕਾਮ, ਕਿਧਰੇ ਕ੍ਰੋਧ, ਕਿਧਰੇ ਲੋਭ, ਕਿਧਰੇ ਮੋਹ ਅਤੇ ਕਿਧਰੇ ਅਹੰਕਾਰ। ਇਹ ਗੱਲ ਬਾਰ-ਬਾਰ ਰਿਪੀਟ ਹੋ ਰਹੀ ਹੈ। ਹੋਰ ਕੋਈ ਵਿਸ਼ਾ ਨਹੀਂ ਹੈ। ਸਾਰੀ ਗੁਰਬਾਣੀ 100% ਗੁਰਬਾਣੀ ਜਿਹੜੀ ਹੈ ਉਹ ਇਹਦੇ ਆਲੇ ਦੁਆਲੇ ਘੁੰਮਦੀ ਹੈ। ਐਸਾ ਕੀ ਰੱਬ ਨੇ ਕਰ ਦਿੱਤਾ ਕਿ ਗੁਰੂ ਨਾਨਕ ਸਾਹਿਬ ਨੂੰ ਉਹਨੂੰ ਐਡਰੈਸ ਕਰਨਾ ਪਿਆ। ਚੱਕਰ ਕੀ ਹੈ ਕਿ ਇਹ ਜਿਹੜੀਆਂ 5 ਚੀਜ਼ਾਂ ਨੇ, ਬੰਦੇ ਨੂੰ ਇਹਨੇ ਆਪਣੇ ਵੱਸ 'ਚ ਕਰ ਲਿਆ। ਇਹਨੂੰ ਇੰਝ ਸਮਝੋ, ਕਾਮ ਜਿਹੜਾ ਹੈ ਬੰਦਾ ਉਹਦੇ ਵੱਸ 'ਚ ਹੋ ਗਿਆ, ਕ੍ਰੋਧ ਬੰਦਾ ਉਹਦੇ ਵੱਸ 'ਚ, ਲੋਭ ਬੰਦਾ ਉਹਦੇ ਵੱਸ 'ਚ, ਮੋਹ ਬੰਦਾ ਉਹਦੇ ਵੱਸ 'ਚ, ਅਤੇ ਅਹੰਕਾਰ ਬੰਦਾ ਉਹਦੇ ਵੱਸ 'ਚ। ਇਹ ਬਿਲਕੁਲ ਉਲਟਾ ਚਾਹੀਦਾ ਸੀ। ਹੋਣਾ ਕਿਸ ਤਰ੍ਹਾਂ ਚਾਹੀਦਾ ਸੀ ਕਿ ਇਹ 5 ਚੀਜ਼ਾਂ ਮੇਰੇ ਕੰਟਰੋਲ ਵਿੱਚ ਹੋਣ, ਮੇਰੀਆਂ ਲਗਾਮਾਂ ਦੇ ਵਿੱਚ ਕੱਸੀਆਂ ਹੋਣ, ਮੇਰੇ ਚਾਹਤ ਤੋਂ ਬਿਨਾਂ, ਮੇਰੀ ਇਜਾਜ਼ਤ ਤੋਂ ਬਿਨਾਂ ਇਹ 5 ਘੋੜੇ ਦੌੜ ਨਾ ਲਾ ਸਕਣ। ਦੌੜਨਾ ਤਾਂ ਦੂਰ ਦੀ ਗੱਲ ਹੈ, ਹਿਲ ਵੀ ਨਾ ਸਕਣ, ਟਸ ਤੋਂ ਮਸ ਨਾ ਹੋਣ, ਕਿਉਂਕਿ ਮੈਂ ਲਗਾਮਾਂ ਖਿੱਚ ਕੇ ਰੱਖੀਆਂ ਹੋਈਆਂ ਨੇ। ਅਤੇ ਜਿਸ ਬੰਦੇ ਦੀਆਂ ਲਗਾਮਾਂ ਢਿੱਲੀਆਂ ਹੋਣ, ਇਹ 5 ਚੀਜ਼ਾਂ ਉਹਦਾ ਜੀਵਨ ਫਨਾਹ ਕਰ ਦਿੰਦੀਆਂ ਨੇ। ਗੁਰੂ ਨਾਨਕ ਸਾਹਿਬ ਨੇ ਬਸ ਇਹੀ ਐਡਰੈਸ ਕੀਤਾ। ਜੇ 5 ਚੀਜ਼ਾਂ ਰੱਬ ਬੰਦੇ ਦੇ ਅੰਦਰ ਨਾ ਪਾਵੇ, ਇਹ ਦੁਨੀਆ ਨਹੀਂ ਚੱਲਦੀ। ਇਹਨੂੰ ਧਿਆਨ ਨਾਲ ਸਮਝ ਲਓ। ਸਾਰਾ ਕੁਝ ਕਾਮ ਤੋਂ ਸ਼ੁਰੂ ਹੁੰਦਾ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਕਾਮ ਸਭ ਤੋਂ ਪਹਿਲੇ ਉੱਚਾ ਰੱਖਿਆ। ਸਭ ਤੋਂ ਇੰਪੋਰਟੈਂਟ, ਸਭ ਤੋਂ ਕ੍ਰਿਟੀਕਲ, ਉਹ ਬੜਾ ਡੇਂਜਰਸ ਜਿਹੜਾ ਇਹ ਕਾਮ ਦਾ ਜਿਹੜਾ ਫਲਸਫਾ ਦੁਨੀਆ 'ਚ ਫੈਲਿਆ ਹੈ। ਸਾਰੀ ਦੁਨੀਆ ਵਿੱਚ ਸਭ ਤੋਂ ਵੱਡਾ ਕ੍ਰਾਈਮ ਮੇਰੇ ਖਿਆਲ ਕਾਮ ਦਾ ਹੈ। ਦ ਬਿਗੇਸਟ ਕ੍ਰਾਈਮ, ਹਿਊਮਨ ਟ੍ਰੈਫਿਕਿੰਗ ਐਂਡ ਜਿਹਦੇ ਵਿੱਚ ਕਾਮ ਸ਼ਾਮਿਲ ਹੈ, ਸੈਕਸ ਸ਼ਾਮਿਲ ਹੈ। ਬਾਕੀ ਗੱਲਾਂ ਬਾਅਦ ਜਾਂਦੀਆਂ ਨੇ। ਸਾਰੀ ਦੁਨੀਆ ਦੇ ਵਿੱਚ ਤਬਾਹੀ ਮਚੀ ਹੋਈ ਹੈ।
ਔਰ ਇਹਦੇ ਬਿਨਾਂ ਸੰਸਾਰ ਨਹੀਂ ਚੱਲਦਾ। ਨਾਲ ਮਜ਼ੇ ਦੀ ਗੱਲ ਹੈ। ਅਤੇ ਕੀ ਹੋ ਗਿਆ, ਜਿਸ ਵੇਲੇ ਇਹਦਾ ਮੈਂ ਇੱਕ ਛੋਟਾ ਜਿਹਾ ਐਗਜ਼ੈਂਪਲ ਦਿਆਂ, ਆਕਸੀਜਨ ਤੋਂ ਬਿਨਾਂ ਬੰਦਾ ਜੀ ਨਹੀਂ ਸਕਦਾ, ਮਿੰਟ 2 ਮਿੰਟ 'ਚ ਉਹਦੀ ਮੌਤ ਹੋ। ਪਾਣੀ ਤੋਂ ਬਿਨਾਂ ਜੀ ਨਹੀਂ ਸਕਦਾ, ਦਿਨ 2 ਦਿਨ 4 ਦਿਨ ਤੋਂ ਬਾਅਦ ਮੌਤ। ਅਤੇ ਭੋਜਨ ਤੋਂ ਬਿਨਾਂ ਬੰਦਾ ਜੀ ਨਹੀਂ ਸਕਦਾ, 20 22 ਦਿਨ 23 ਦਿਨ ਤੋਂ ਬਾਅਦ ਮੌਤ ਨਿਸ਼ਚਿਤ ਹੈ, ਬਚ ਨਹੀਂ ਸਕਦੇ। ਹੁਣ ਜਿਸ ਤਰ੍ਹਾਂ ਆਕਸੀਜਨ ਤੋਂ ਬਿਨਾਂ ਬੰਦਾ ਜੀ ਨਹੀਂ ਸਕਦਾ, ਅਤੇ ਕੋਈ ਬੰਦਾ ਕਿਸੇ ਦੇ ਮੂੰਹ 'ਤੇ ਆਕਸੀਜਨ ਲਾ ਕੇ, ਅਤੇ ਆਕਸੀਜਨ ਦਾ ਹੋਵੇ ਸਿਲੰਡਰ, ਅਤੇ ਉਹ ਬੰਦੇ ਨੂੰ ਮੰਜੇ 'ਤੇ ਲੰਮਾ ਪਾ ਕੇ ਉਹਦੇ ਹੱਥ ਪੈਰ ਬੰਨ੍ਹ 'ਤੇ ਜਾਣ, ਅਤੇ ਉਹਦੇ ਅੰਦਰ ਆਕਸੀਜਨ ਸਿਲੰਡਰ ਦੇ ਵਿੱਚੋਂ ਹੌਲੀ ਹੌਲੀ ਰਿਲੀਜ਼ ਕੀਤੀ ਜਾਏ, ਥੋੜ੍ਹੇ ਜਿਹੇ ਆਕਸੀਜਨ ਤੋਂ ਬਾਅਦ ਉਹਦੇ ਲੰਗਸ ਫੁੱਲਣੇ ਸ਼ੁਰੂ ਹੋ ਜਾਣਗੇ। ਯੂ ਕੈਨ ਲਿਟਰਲੀ ਸੀ ਇਟ ਕਿ ਛਾਤੀ ਫੁੱਲੇਗੀ, ਢਿੱਡ ਵੀ ਫੁੱਲੇਗਾ, ਕਿਉਂਕਿ ਏਅਰ ਜਾ ਰਹੀ ਅੰਦਰ, ਆਕਸੀਜਨ ਪਿਓਰ 100% ਆਕਸੀਜਨ ਉਹਦੇ ਸਿਸਟਮ ਵਿੱਚ ਜਾ ਰਹੀ ਹੈ। ਅਤੇ ਉਹ ਤੜਫੇਗਾ, ਹੱਥ ਪੈਰ ਮਾਰੇਗਾ, ਇਸ਼ਾਰਾ ਦੇਗਾ ਬੰਦ ਕਰੋ, ਇਹ ਕੀ ਕਰ ਰਹੇ ਹੋ। ਪਰ ਜਿਹੜਾ ਸਿਲੰਡਰ ਲਾ ਕੇ ਉੱਥੇ ਆਕਸੀਜਨ ਦੇ ਰਿਹਾ, ਕਹਿੰਦਾ ਭਲਿਆ ਤੈਨੂੰ ਪਤਾ ਨਹੀਂ ਆਕਸੀਜਨ ਹੈ, ਇਹਦੇ ਬਿਨਾਂ ਤੇ ਤੇਰੀ ਮੌਤ ਹੋ ਜਾਏਗੀ, ਇਹਦੇ ਬਿਨਾਂ ਮਰ ਜਾਏਗਾ। ਸਾਰੀ ਦੁਨੀਆ ਮਰ ਜਾਂਦੀ, ਜਿੰਨੇ ਜੀਅ ਨੇ ਮਰ ਜਾਂਦੇ ਨੇ, ਇਹ ਆਕਸੀਜਨ ਤੈਨੂੰ ਦੇ ਰਿਹਾ। ਅਤੇ ਯਕੀਨ ਜਾਣੋ, ਟੂ ਮਚ ਆਕਸੀਜਨ ਉਹਦੇ ਲੰਗਸ ਅਤੇ ਫੇਫੜੇ ਫਾੜ ਦੇਗੀ, ਉਹ ਮਰ ਜਾਏਗਾ, ਉੱਥੇ ਤੜਫ ਤੜਫ ਕੇ ਮਰ ਜਾਏਗਾ। ਟੂ ਮਚ ਆਕਸੀਜਨ ਹੋ ਗਈ। ਪਾਣੀ ਵੀ ਇਸ ਤਰ੍ਹਾਂ, ਪਾਣੀ ਤੋਂ ਬਿਨਾਂ ਅਸੀਂ ਜੀ ਨਹੀਂ ਸਕਦੇ, ਮਨੁੱਖ ਮਰ ਜਾਂਦਾ ਹੈ, ਬਨਸਪਤੀ ਮਰ ਜਾਂਦੀ ਹੈ। ਪਰ ਜੇ ਮਨੁੱਖ ਪਾਣੀ ਦੇ ਵਿੱਚ ਡੁੱਬ ਜਾਏ ਤਾਂ ਉੱਥੇ ਵੀ ਉਹਦੀ ਮੌਤ ਹੋ ਜਾਂਦੀ ਹੈ। ਪਾਣੀ ਤੋਂ ਬਿਨਾਂ ਰਿਹਾ ਨਹੀਂ ਜਾ ਸਕਦਾ, ਪਰ ਉਹਦੇ ਵਿੱਚ ਡੁੱਬਣ ਨਾਲ ਵੀ ਮੌਤ ਹੋ ਜਾਏਗੀ। ਡੁੱਬਣਾ ਨਹੀਂ ਹੈ ਉਹਦੇ ਵਿੱਚ, ਨਾ ਢੇਰ ਆਕਸੀਜਨ ਜੇ ਲੰਗਸ 'ਚ ਚਲੀ ਜਾਏ, ਜੇ ਮੇਰੇ ਲੰਗਸ ਆਕਸੀਜਨ ਦੇ ਵਿੱਚ ਡੁੱਬ ਜਾਣ, ਜਿਹੜੇ ਬਿਨਾਂ ਆਕਸੀਜਨ ਤੋਂ ਰਹਿ ਨਹੀਂ ਸਕਦੇ, ਪਰ ਹੁਣ ਆਕਸੀਜਨ ਦੇ ਵਿੱਚ ਡੁੱਬ ਗਏ, ਉਹਦੀ ਮੌਤ ਹੋ ਜਾਏਗੀ, ਉਹ ਮਰ ਜਾਏਗਾ ਬੰਦਾ। ਪਾਣੀ ਦੇ ਵਿੱਚ ਡੁੱਬ ਗਿਆ, ਬਿਨਾਂ ਰਹਿ ਨਹੀਂ ਸਕਦਾ, ਪਰ ਜੇ ਡੁੱਬ ਗਿਆ ਤਾਂ ਉਹ ਮਰ ਜਾਏਗਾ। ਭੋਜਨ ਵੀ ਇਸੇ ਤਰ੍ਹਾਂ, ਜੇ ਟੂ ਮਚ ਭੋਜਨ ਖਾ ਲਓ, ਬੰਦਾ ਬਿਮਾਰ ਹੋ ਜਾਏਗਾ, ਅਲਟੀਮੇਟਲੀ ਉਹਦੀ ਡੈਥ ਹੋ ਜਾਏਗੀ, ਢਿੱਡ ਫਟ ਜਾਏਗਾ, ਖਾਂਦੇ ਜਾਓ ਖਾਂਦੇ ਜਾਓ, ਅਖੀਰੀ ਮੌਤ। ਹੋ ਨਹੀਂ ਸਕਦਾ ਕਿ ਇਹ ਤਿੰਨ ਬਿਨਾਂ ਸਾਡਾ ਜੀਵਨ ਨਹੀਂ ਤੁਰਦਾ। ਪਰ ਯਕੀਨ ਜਾਣਾ, ਜੇ ਅਸੀਂ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚ ਡੁੱਬ ਗਏ ਤਾਂ ਮੌਤ ਨਿਸ਼ਚਿਤ ਹੈ, ਬਚ ਨਹੀਂ ਸਕਦੇ। ਇਸ ਕਰਕੇ ਇਹ ਸਾਰੇ ਦਾ ਸਾਰਾ ਸਿਲਸਿਲਾ ਰੱਬ ਨੇ ਇਨਸਾਨ ਦੇ ਅੰਦਰ ਪਾਇਆ ਸੀ ਕਿ ਇਹਨੂੰ ਤੂੰ ਆਪਣੇ ਵੱਸ ਦੇ ਵਿੱਚ ਕਰਕੇ ਰੱਖੀ। ਇਹਨਾਂ ਪੰਜਾਂ ਦੀਆਂ ਲਗਾਮਾਂ ਤੇਰੇ ਕੋਲ ਹੋਣ, ਜੇ ਇਹਨਾਂ ਨੇ ਲਗਾਮਾਂ ਤੇਰੇ 'ਤੇ ਲਾਤੀਆਂ, ਅਤੇ ਲਗਾਮ ਹੋਵੇ ਕਾਮ ਦੇ ਕੋਲ, ਇਹ ਮੇਰੇ ਮਨ ਨੂੰ ਦੌੜਾਈ ਫਿਰਨ, ਅਤੇ ਖੇਡ ਖਰਾਬ ਹੋ ਜਾਏਗੀ। ਉਹ ਬਿਲਕੁਲ ਐਗਜ਼ੈਕਟਲੀ ਇਹ ਹੋ ਰਿਹਾ। ਜਿਸ ਲਈ ਬੰਦਾ ਪਾਣੀ ਦੇ ਵਿੱਚ ਡੁੱਬਦਾ ਹੈ, ਆਕਸੀਜਨ ਦੇ ਵਿੱਚ ਡੁੱਬਦਾ ਹੈ, ਭੋਜਨ ਦੇ ਵਿੱਚ ਡੁੱਬਦਾ ਹੈ, ਉਹਦੀ ਮੌਤ ਹੋ ਜਾਏਗੀ, ਨਿਸ਼ਚਿਤ ਹੈ। ਉਸੇ ਤਰ੍ਹਾਂ ਜਿਸ ਲਈ ਉਹ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਵਿੱਚ ਡੁੱਬ ਜਾਂਦਾ ਹੈ, ਅਤੇ ਉਹਦੀ ਮੌਤ ਹੋ ਜਾਂਦੀ ਹੈ। ਡੁੱਬਣਾ ਨਹੀਂ ਸੀ, ਬਸ ਖੇਡ ਇੱਥੇ ਖੜੀ ਹੈ। ਘਰ ਦੇ ਵਿੱਚ ਤੁਹਾਡੇ ਅੱਗ ਮੌਜੂਦ ਹੈ, ਚੁੱਲ੍ਹਾ ਬਲਦਾ ਹੈ, ਬਹੁਤ ਸਾਰੇ ਘਰਾਂ ਦੇ ਵਿੱਚ ਡਾਇਰੈਕਟ ਪਾਈਪ ਲੱਗਾ ਹੈ, ਜਿਹੜੀ ਸਿਲੰਡਰ ਕੁਕਿੰਗ ਗੈਸ ਹੈ। ਕੁਛ ਲੋਕ ਸਿਲੰਡਰ ਬਦਲਦੇ ਨੇ, ਬਹੁਤ ਸਾਰੇ ਐਸੇ ਵੀ ਘਰ ਨੇ ਜਿੱਥੇ ਡਾਇਰੈਕਟ ਪਾਈਪ ਆਉਂਦਾ ਹੈ, ਉਹਦੇ ਵਿੱਚ ਸਿਲੰਡਰ ਨਹੀਂ ਬਦਲਣਾ ਪੈਂਦਾ। ਬੰਬੇ ਦੇ ਵਿੱਚ ਬੜੀਆਂ ਬਿਲਡਿੰਗਸ ਨੇ, ਬਹੁਤ ਸਾਲ 50 ਸਾਲ ਪਹਿਲੇ ਤੋਂ ਉੱਥੇ ਪਾਈਪ ਲੱਗੇ ਹੋਏ ਨੇ, ਉੱਥੇ ਸਿਲੰਡਰ ਨਹੀਂ ਜਾਂਦੇ, ਉਹਦੀ ਪਾਈਪ ਦੀ ਲਾਈਨ ਜਾਂਦੀ ਹੈ। ਜਿਸ ਤਰ੍ਹਾਂ ਪਾਣੀ ਆਉਂਦਾ ਉਸ ਤਰ੍ਹਾਂ ਗੈਸ ਪਾਈਪ ਵੀ ਆ ਰਿਹਾ। ਜੇ ਪਾਣੀ ਦੀ ਟੂਟੀ ਖਰਾਬ ਹੋ ਜਾਏ, ਉਹ ਘਰ ਦੇ ਵਿੱਚ ਫਲੱਡ ਆ ਜਾਏਗੀ, ਸਾਰਾ ਕੁਝ ਤਬਾਹ ਹੋ ਜਾਏਗਾ। ਪਾਣੀ ਤੋਂ ਬਿਨਾਂ ਜੀ ਨਹੀਂ ਸਕਦਾ, ਪਰ ਜੇ ਪਾਣੀ ਦੀ ਟੂਟੀ ਖਰਾਬ ਹੋ ਜਾਏ, ਉਹ ਘਰ ਤਬਾਹ ਹੋ ਜਾਏਗਾ। ਅੱਗ ਤੋਂ ਬਿਨਾਂ ਆਦਮੀ ਭੋਜਨ ਨਹੀਂ ਖਾ ਸਕਦਾ, ਪਕਾ ਨਹੀਂ ਸਕਦਾ, ਜੀ ਨਹੀਂ ਸਕਦਾ। ਅਤੇ ਜੇ ਉਹ ਅੱਗ ਦੀ ਅੱਗੋਂ ਟੂਟੀ ਖਰਾਬ ਹੋ ਜਾਏ, ਉਹਦੀ ਨਾਬ ਖਰਾਬ ਹੋ ਜਾਏ, ਅਤੇ ਅੱਗ ਕੰਟਰੋਲ ਤੋਂ ਬਾਹਰ ਹੋ ਜਾਏ, ਅਤੇ ਉਹ ਘਰ ਸੜ ਜਾਏਗਾ, ਬੰਦਾ ਵੀ ਸੜ ਜਾਏਗਾ। ਡੁੱਬਣ ਤੋਂ ਰੋਕਿਆ, ਡੁੱਬਣਾ ਨਹੀਂ ਹੈ। ਜਿਹੜਾ ਬੰਦਾ ਇਹਨਾਂ ਚੀਜ਼ਾਂ ਵਿੱਚ ਡੁੱਬ ਗਿਆ, ਭਾਵੇਂ ਉਹ ਭੋਜਨ ਹੈ, ਆਕਸੀਜਨ ਹੈ ਜਾਂ ਪਾਣੀ ਹੈ, ਉਸ ਤਰ੍ਹਾਂ ਹੀ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹਦੇ 'ਚ ਡੁੱਬਣਾ ਨਹੀਂ ਸੀ। ਇਹਦੇ ਤੋਂ ਬਚਣ ਵਾਸਤੇ ਇਹਨਾਂ ਪੰਜਾਂ ਦੀਆਂ ਲਗਾਮਾਂ ਮੇਰੇ ਕੋਲ ਹੋਣ ਅਤੇ ਕੱਸੀਆਂ ਹੋਈਆਂ ਹੋਣ। ਜਦੋਂ ਮੈਨੂੰ ਕਿਸੇ ਚੀਜ਼ ਦੀ ਲੋੜ ਪਵੇ, ਮੈਂ ਲਗਾਮ ਢਿੱਲੀ ਕਰਕੇ ਉਹਨੂੰ ਵਰਤ ਸਕਾਂ, ਲਗਾਮਾਂ ਫਿਰ ਖਿੱਚ ਕੇ ਰੱਖਾਂ ਵਾਪਸ, ਇਹ ਮੇਰੇ ਵੱਸ ਤੋਂ ਬਾਹਰ ਨਾ ਹੋਣ। ਇਹ ਪੰਜੋ ਚੀਜ਼ਾਂ ਬੰਦੇ ਨੂੰ ਚਾਹੀਦੀਆਂ ਨੇ। ਇਹਦੀ ਬੜੀ ਵੱਡੀ ਡਿਟੇਲ ਹੈ, ਮੈਂ ਬਾਅਦ ਵਿੱਚ ਗੱਲ ਕਰਾਂਗਾ। ਇਸ ਤੋਂ ਬਿਨਾਂ ਸੰਸਾਰ ਸਿਰਫ ਇੱਕ ਉੱਪਰਲੀ ਕਾਮ ਦੀ ਗੱਲ ਜੇ ਕਰ ਲਈਏ, ਜੇ ਕਾਮ ਬੰਦਾ ਬੰਦ ਕਰ ਦੇਵੇ, ਕਾਮ ਵਾਸਨਾ ਬੰਦ ਕਰ ਦੇਵੇ, ਕਾਮ ਦੀ ਫੀਲਿੰਗਸ ਬੰਦਾ ਬੰਦ ਕਰ ਦੇਵੇ, ਨਹੀਂ ਕਰਨਾ, 100 ਤੋਂ 120 ਸਾਲ ਦੇ ਵਿੱਚ ਇਸ ਦੁਨੀਆ ਤੋਂ ਆਦਮੀ ਦੀ ਜਾਤ ਖਤਮ ਹੋ ਜਾਏਗੀ, ਮਨੁੱਖ ਖਤਮ ਹੋ ਜਾਏਗਾ। ਕਿਉਂਕਿ ਮਨੁੱਖ ਦੀ ਜਿਹੜਾ ਅੱਜ ਦਾ ਜੀਵਨ ਹੈ, ਉਹ ਵੱਧ ਤੋਂ ਵੱਧ ਕਿਤੇ ਕੋਈ ਜਿੰਦਾ ਹੈ ਅਤੇ 110, 15, 20 ਸਾਲ, ਇਸ ਤੋਂ ਬਾਅਦ ਲਾਈਫ ਨਹੀਂ ਹੈ ਮਨੁੱਖ ਦੀ ਅੱਜ ਦੀ ਤਰੀਕੇ 'ਚ, ਇਨ ਐਵਰੇਜ।
ਤੇ ਜੇ 120 ਸਾਲ ਤੱਕ ਸਾਰੀ ਦੁਨੀਆ ਦੇ ਮਨੁੱਖਾਂ ਦੇ ਆਦਮੀਆਂ ਦੀ ਜਨਾਨੀਆਂ ਦੀ ਸੈਕਸ਼ੂਅਲ ਡਿਜ਼ਾਇਰਸ ਨੂੰ ਟੀਕਾ ਲਾ ਕੇ ਖ਼ਤਮ ਕਰ ਦਿੱਤਾ ਜਾਏ, ਸਰਜਰੀ ਕਰ ਦਿੱਤੀ ਜਾਏ ਕਿ ਨਹੀਂ ਕਰਨਾ, ਤੇ 120 ਸਾਲ ਤੋਂ ਬਾਅਦ ਇਸ ਦੁਨੀਆ ਤੇ ਇਸ ਧਰਤੀ ਤੇ ਮਨੁੱਖ ਜਾਤ ਖਤਮ ਹੋ ਜਾਏਗੀ। ਇਸ ਕਰਕੇ ਰੱਬ ਨੇ ਕਾਮ ਭਾਵਨਾ, ਕਾਮ ਵਾਸਨਾ ਲਾ ਕੇ ਭੇਜੀ, ਹਾਰਡਵੇਅਰ, ਬਿਲਡ ਇਨ ਹਾਰਡਵੇਅਰ। ਇਹਨੂੰ ਤੁਸੀਂ ਖ਼ਤਮ ਨਹੀਂ ਕਰ ਸਕਦੇ। ਇਹਨੂੰ ਲੁਕੋ ਸਕਦੇ ਹੋ, ਇਹਨੂੰ ਛੁਪਾ ਸਕਦੇ ਹੋ, ਇਹਨੂੰ ਦਬਾ ਸਕਦੇ ਹੋ, ਪਰ ਖ਼ਤਮ ਨਹੀਂ ਕਰ ਸਕਦੇ। ਇਹ ਹੋ ਹੀ ਨਹੀਂ ਸਕਦੇ, ਔਰ ਨਾ ਹੀ ਇਹਨੂੰ ਖ਼ਤਮ ਕਰਨਾ ਸੀ। ਇਹ ਬੜੀ ਕਮਾਲ ਦੀ ਗੱਲ ਹੈ। ਇਹਨੂੰ ਖ਼ਤਮ ਨਹੀਂ ਕਰਨਾ। ਬਹੁਤ ਸਾਰੀ ਦੁਨੀਆ ਤੁਰੀ ਫਿਰਦੀ ਹੈ ਕਿ ਅਸੀਂ ਇਹਨੂੰ ਜੀ ਖ਼ਤਮ ਕਰਨਾ ਹੈ, ਕਾਮ ਕ੍ਰੋਧ ਲੋਭ ਮੋਹ ਨੂੰ ਖ਼ਤਮ। ਇਹ ਖ਼ਤਮ ਨਹੀਂ ਕਰਨਾ, ਹੋ ਹੀ ਨਹੀਂ ਸਕਦੇ, ਉਹ ਨਾ ਹੀ ਕਰ ਰਹੇ ਸਨ। ਇਹਨੂੰ ਵਸ ਵਿੱਚ ਕਰਕੇ ਰੱਖਣਾ ਸੀ। ਜਿਸ ਤਰ੍ਹਾਂ ਅੱਗ ਹੈ, ਪਾਣੀ ਹੈ, ਹਵਾ ਹੈ, ਇਹ ਵਸ ਦੇ ਵਿੱਚ ਚਾਹੀਦੀ ਹੈ। ਜੇ ਵਸ ਤੋਂ ਬਾਹਰ ਹੋ ਜਾਣ ਤੇ ਤੁਹਾਨੂੰ ਫਨਾਹ ਕਰ ਦੇਣਗੇ, ਜੇ ਤੁਹਾਡੇ ਵਸ ਵਿੱਚ ਨੇ ਤੁਹਾਨੂੰ ਸੁੱਖ ਦੇਣਗੇ। ਬਿਲਕੁਲ ਉਸ ਤਰ੍ਹਾਂ ਜਿਸਲੇ ਬੰਦਾ ਸੈਕਸ ਦੇ ਵਿੱਚ, ਕਾਮ ਦੇ ਵਿੱਚ ਡੁੱਬ ਜਾਂਦਾ ਹੈ, ਉਹ ਫਨਾਹ ਹੋ ਜਾਂਦਾ ਹੈ। ਜਿਹੜਾ ਬੰਦਾ ਕ੍ਰੋਧ ਦੇ ਵਿੱਚ ਡੁੱਬ ਜਾਂਦਾ ਹੈ, ਉਹ ਤਬਾਹ ਹੋ ਜਾਂਦਾ ਹੈ। ਉਸੇ ਤਰ੍ਹਾਂ ਜਿਹੜਾ ਲੋਭ ਦੇ ਵਿੱਚ ਡੁੱਬ ਜਾਂਦਾ ਹੈ, ਉਹ ਲੋਭੀ ਕੁੱਤਾ ਬਣ ਜਾਂਦਾ ਹੈ। ਬਾਣੀ ਦੇ ਵਿੱਚ ਜ਼ਿਕਰ ਹੈ, ਸਾਰੀਆਂ ਗੱਲਾਂ ਦੇ ਜ਼ਿਕਰ ਨੇ। ਲੋਭ ਦੇ ਵਿੱਚ ਆ ਕੇ ਇਨਸਾਨ ਕੁੱਤਾ ਬਣ ਜਾਂਦਾ ਹੈ, ਲੋਭੀ ਕੁੱਤਾ। ਅਤੇ ਮੋਹ ਦੇ ਵਿੱਚ ਆ ਕੇ ਆਦਮੀ ਪਾਪ ਕਰਦਾ ਹੈ, ਪਾਪੀ ਬਣ ਜਾਂਦਾ ਹੈ, ਝੂਠ ਫਰੇਬ ਕਰਦਾ ਹੈ। ਕਿਉਂਕਿ ਹੁਣ ਮੋਹ ਹੈ, ਆਪਣੇ ਬੱਚੇ ਪਾਲਣੇ ਨੇ, ਆਪਣੀ ਵਾਈਫ ਨੂੰ ਪਾਲਣਾ ਹੈ, ਆਪਣੇ ਭੈਣ ਭਰਾਵਾਂ ਨੂੰ, ਬਾਪ ਨੂੰ ਸਮਾਨ ਚੀਜ਼ਾਂ ਲਿਆ ਕੇ ਦੇਣੀਆਂ ਨੇ। ਉਸ ਮੋਹ ਦੇ ਵਿੱਚ ਇਨਸਾਨ ਪਾਪ ਕਰਦਾ ਹੈ ਅਤੇ ਫਿਰ ਲੈ ਆਉਂਦਾ ਘਰ। ਪਰ ਉਹ ਕਿਉਂਕਿ ਜਿੰਨੀ ਤੈਨੂੰ ਕਿਰਤ ਤੇਰੇ ਹੱਥਾਂ ਦੀ ਬਣਦੀ ਹੈ, ਜਿੰਨਾ ਤੂੰ ਕਮਾ ਸਕਣਾ, ਸਿਰਫ ਉਹਨਾਂ ਲੈ ਕੇ ਆ। ਲੋਭ ਨਹੀਂ ਕਰਨਾ, ਲੋਭ ਨਹੀਂ ਕਰਨਾ, ਮੋਹ ਨਹੀਂ ਕਰਨਾ, ਕ੍ਰੋਧ ਨਹੀਂ ਕਰਨਾ। ਇਹਦੇ ਵਿੱਚ ਡੁੱਬਣਾ ਨਹੀਂ। ਇਹ ਚੀਜ਼ਾਂ ਸਾਰੀਆਂ ਚਾਹੀਦੀਆਂ ਨੇ ਮਨੁੱਖ ਨੂੰ, ਕਿਉਂਕਿ ਇਹਦੇ ਬਿਨਾਂ ਇਨਸਾਨ ਜੀ ਨਹੀਂ ਸਕਦਾ। ਜੇ ਮੋਹ ਨਹੀਂ ਹੋਏਗਾ, ਤੁਸੀਂ ਬੱਚੇ ਨਹੀਂ ਪਾਲ ਸਕਦੇ। ਜਾਨਵਰ ਦੇ ਅੰਦਰ ਮੋਹ ਹੈ, ਰੱਬ ਨੇ ਪਾਇਆ, ਉਹਦੇ ਬਿਨਾਂ ਬੱਚਾ ਨਹੀਂ ਪਲਦਾ, ਉਹਦੇ ਬਿਨਾਂ ਸੰਤਾਨ ਨੂੰ ਤੁਸੀਂ ਪਾਲ ਨਹੀਂ ਸਕਦੇ। ਪਰ ਜੇ ਮੋਹ ਦੇ ਵਿੱਚ ਡੁੱਬ ਕੇ ਤੁਸੀਂ ਗਲਤ ਕੰਮ ਸ਼ੁਰੂ ਕਰਤੇ, ਪਾਪ ਸ਼ੁਰੂ ਕਰਤੇ, ਝੂਠ, ਧੋਖਾ, ਚੋਰੀ ਸ਼ੁਰੂ ਕਰਤੀ, ਕਿਉਂਕਿ ਮੋਹ ਹੈ, ਇਹਨਾਂ ਨੂੰ ਚੀਜ਼ਾਂ ਦੇਣੀਆਂ ਨੇ ਜਿਹੜੀਆਂ ਅਸੀਂ ਅਫੋਰਡ ਨਹੀਂ ਕਰ ਸਕਦੇ। ਸਾਡੀ ਜਿਹੜੀ ਅਰਨਿੰਗ ਇਨਕਮ ਹੈ, ਜਿਹੜੀ ਲਿਮਿਟ ਹੈ, ਉਸ ਤੋਂ ਵੱਧ ਦੀਆਂ ਚੀਜ਼ਾਂ ਬੱਚਾ ਮੰਗਦਾ ਹੈ। ਅਸੀਂ ਮੋਹ ਦੇ ਵਿੱਚ ਆ ਕੇ ਫਿਰ ਗਲਤ ਕੰਮ ਕਰ ਰਹੇ ਹਾਂ, ਉਹਦੇ ਵਿੱਚ ਡੁੱਬ ਜਾਂਦੇ ਹਾਂ। ਬਸ ਡੁੱਬਣ ਤੋਂ ਰੋਕਿਆ ਅਕਾਲ ਪੁਰਖ ਨੇ। ਮੋਹ ਦੀ ਲੋੜ ਹੈ, ਪਰ ਡੁੱਬ ਨਾ ਜਾਈਂ। ਕਾਮ ਦੀ ਲੋੜ ਹੈ, ਡੁੱਬ ਨਾ ਜਾਈਂ। ਕ੍ਰੋਧ ਦੀ ਲੋੜ ਹੈ, ਡੁੱਬ ਨਾ ਜਾਈਂ। ਲੋਭ, ਮੋਹ ਤੇ ਅਹੰਕਾਰ। ਅਹੰਕਾਰ ਬੰਦੇ ਦਾ ਪ੍ਰਾਈਡ ਹੈ। ਅਹੰਕਾਰ ਦੇ ਵਿੱਚ ਇੱਕ ਹਉਮੈ ਹੈ, ਇੱਕ ਪ੍ਰਾਈਡ ਹੈ। ਮਾਣ ਬੰਦੇ ਦੇ ਅੰਦਰ ਹੁੰਦਾ। ਗੁਰੂ ਸਾਹਿਬ ਨੇ ਸਾਨੂੰ ਮਾਣ ਦੇ ਵਿੱਚ ਜੀਣਾ ਸਿਖਾਇਆ। ਅਣਾ ਜਣਾ ਕੋਈ ਆ ਕੇ ਤੇਰੀ ਪੱਗ ਨਾ ਲਾ ਜਾਏ, ਉੱਥੇ ਅਹੰਕਾਰ ਨਹੀਂ ਹੋਏਗਾ, ਉੱਥੇ ਤੁਹਾਡੇ ਅੰਦਰ ਉਹ ਸਥਿਤੀ ਨਹੀਂ ਆਏਗੀ। ਤੁਹਾਡੇ ਅੰਦਰ ਸਵੈਮ ਅਭਿਮਾਨ ਉਹ ਨਹੀਂ ਆਏਗਾ ਕਿ ਮੈਂ ਆਪਣੀ ਪੱਗ ਦੀ ਲਾਜ ਰੱਖਣੀ ਹੈ। ਉਹਦੀ ਬੜੀ ਸਖਤ ਜ਼ਰੂਰਤ ਹੈ ਅਹੰਕਾਰ ਦੀ। ਅਹੰਕਾਰ ਦੇ ਦੋ ਟੁਕੜੇ ਹੁੰਦੇ ਨੇ, ਬੜੀ ਲੰਬੀ ਡਿਟੇਲ ਹੈ, ਇਸ ਲਈ ਮੈਂ ਨਹੀਂ ਕਰਾਂਗਾ। ਕਿ ਜੇ ਅਹੰਕਾਰ ਨਹੀਂ ਹੋਏਗਾ, ਤੁਹਾਡੇ ਅੰਦਰ ਸਵੈਮ ਅਭਿਮਾਨ ਨਹੀਂ ਜਾਗੇਗਾ, ਤੁਸੀਂ ਆਪਣੇ ਆਪ ਦੀ ਰੱਖਿਆ ਨਹੀਂ ਕਰ ਸਕਦੇ। ਤੁਹਾਡੇ ਅੰਦਰ ਇੱਕ ਪ੍ਰਾਈਡ ਹੈ। ਇਹਦੇ ਇੱਕ ਚੰਗਾ ਅਤੇ ਇੱਕ ਮਾੜਾ, ਦੋ ਹਿੱਸੇ ਨੇ ਇਹਦੇ। ਹਰ ਚੀਜ਼ ਦੇ ਦੋ ਹਿੱਸੇ ਨੇ। ਅਤੇ ਜਿਹੜਾ ਤੁਹਾਡਾ ਪ੍ਰਾਈਡ ਹੈ, ਸਵਾਭਿਮਾਨ ਹੈ, ਉਹ ਤੁਹਾਡੀ ਅਣਖ ਹੈ, ਇਹ ਅਣਖ ਨੂੰ ਜਗਾਉਂਦਾ ਹੈ। ਅਤੇ ਜੇ ਤੁਸੀਂ ਉਂਝ ਹੰਕਾਰੀ ਹੋ ਗਏ, ਮੈਂ ਵੱਡਾ, ਮੈਂ ਕਰਾਮਾਤੀ, ਮੈਂ ਅਮੀਰ, ਮੈਂ ਦੇਣਾ, ਮੈਂ ਸੋਹਣਾ, ਮੈਂ ਤਗੜਾ, ਉਹ ਜਿਹੜੀ ਮੈਂ ਆ ਜਾਂਦੀ ਹੈ, ਉਹਦੇ ਵਿੱਚ ਬੰਦਾ ਡੁੱਬ ਜਾਂਦਾ ਹੈ ਅਤੇ ਅਹੰਕਾਰ ਦਾ ਅਗਲੀ ਰੂਪ ਧਾਰਨ ਹੋ ਜਾਂਦਾ ਹੈ ਅਤੇ ਬਸ ਡੁੱਬਣ ਨਾਲ ਹੀ ਕੰਮ ਖਰਾਬ ਹੈ। ਇਹ ਸਾਰੇ ਫੀਚਰਸ ਬਿਲਡ ਇਨ ਹਾਰਡਵੇਅਰ ਨੇ, ਰੱਬ ਨੇ ਪਾਏ ਸਨ। ਇਸ ਤੋਂ ਬਿਨਾਂ ਇਨਸਾਨ ਵਾਂਗੂ ਜੀ ਨਹੀਂ ਸਕਦਾ। ਜੇ ਕਾਮਨਾ ਹੋਵੇ ਤਾਂ ਦੁਨੀਆ ਨਹੀਂ ਚਲਦੀ। ਰੱਬ ਨੇ ਪਾਈ ਸੀ, ਬੜੀ ਜ਼ਰੂਰੀ ਸੀ, ਪਰ ਅਸੀਂ ਕਾਮ ਵਿੱਚ ਡੁੱਬ ਗਏ। ਬਸ ਸਮਝਣ ਵਾਲੀ ਗੱਲ ਕੀ ਹੈ ਕਿ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ, ਇਹਦੇ ਵਿੱਚ ਡੁੱਬਣਾ ਨਹੀਂ ਹੈ, ਇਹਨੂੰ ਵਰਤਣਾ ਹੈ। ਜਿਵੇਂ ਅੱਗ ਨੂੰ ਵਰਤਣਾ ਹੈ, ਜੇ ਵਰਤਣਾ ਨਾ ਆਇਆ ਤਾਂ ਸੜ ਜਾਓਗੇ। ਪਾਣੀ ਨੂੰ ਵਰਤਣਾ ਨਾ ਆਇਆ ਤਾਂ ਡੁੱਬ ਜਾਓਗੇ। ਬਿਲਕੁਲ ਸਿੱਧੀ ਜਿਹੀ ਗੱਲ ਹੈ। ਇਹਨੂੰ ਅਸੀਂ ਵਰਤਣਾ ਸਿੱਖਣਾ ਸੀ। ਇਹਦੇ 'ਤੇ ਟੂਟੀ ਚਾਹੀਦੀ ਹੈ, ਇਹਦੇ ਉੱਤੇ ਲਗਾਮ ਚਾਹੀਦੀ ਹੈ। ਅੱਜ ਦਾ ਮਨੁੱਖ ਟੂਟੀਆਂ ਗਵਾ ਬੈਠਾ, ਟੂਟੀ ਹੈ ਹੀ ਨਹੀਂ। ਕਈ ਵਾਰ ਤਾਂ ਟੂਟੀ ਖਰਾਬ ਹੁੰਦੀ ਨਾ, ਥੋੜ੍ਹਾ ਥੋੜ੍ਹਾ ਪਾਣੀ ਵਗਦਾ। ਅੱਜ ਦੇ ਮਨੁੱਖ ਦੇ ਜੀਵਨ ਦੇ ਵਿੱਚੋਂ ਕਾਮ ਦੀ ਟੂਟੀ ਗਾਇਬ, ਕ੍ਰੋਧ ਦੀ ਟੂਟੀ ਗਾਇਬ, ਲੋਭ ਦੀ ਟੂਟੀ ਗਾਇਬ, ਮੋਹ ਦੀ ਟੂਟੀ ਗਾਇਬ, ਅਹੰਕਾਰ ਦੀ ਟੂਟੀ ਤਾਂ ਕਦੀ ਲਾਈ ਨਹੀਂ। ਗਾਇਬ ਤਾਂ ਹੁੰਦੀ, ਜੇ ਲਾਈ ਹੁੰਦੀ, ਲੱਗੀ ਨਹੀਂ, ਹੈ ਹੀ ਨਹੀਂ, ਕਦੀ ਵੀ ਨਹੀਂ ਸੀ ਲੱਗੀ। ਬੰਦਾ ਇਹਨਾਂ ਪੰਜਾਂ ਚੀਜ਼ਾਂ ਦੇ ਵਿੱਚ ਡੁੱਬ ਕੇ ਤਬਾਹ ਹੋ ਗਿਆ, ਖਤਮ ਹੋ ਗਿਆ। ਜਿਸ ਮਨੁੱਖ ਨੂੰ ਇਹਨਾਂ ਪੰਜਾਂ ਨੂੰ ਵਰਤਣਾ ਆ ਜਾਏ, ਫਿਰ ਇਹ ਸੇਵਾ ਕਰਦੇ ਨੇ। ਇਹ ਪੰਜੋ ਚੀਜ਼ਾਂ ਮਨੁੱਖ ਦੀਆਂ ਸੇਵਾ ਵਾਸਤੇ ਸਨ। ਇਹਨੇ ਸਰਵ ਕਰਨਾ ਹੈ, ਹਰ ਚੀਜ਼ ਨੇ ਸਰਵ ਕਰਨਾ ਹੈ। ਕ੍ਰੋਧ ਕੀ ਹੈ?
कि जिसले आके कोई मेरी आण नूं हत्थ पांदा है, मेरे माण नूं हत्थ पांदा है, वो मेरे अंदर, गुरु साहब कहंदे ने, जबे बाण लागਿਓ तबे रोस जागियो। 2 तीर ਚੱਲੇ ਸਨ, गुरु साहब ਦੇ ਕੋਲੋਂ ਲੰਘੇ, रोस नहीं जागया। तीजा तीर बैल्ट नूं फाड़ के स्किन नूं टच कर गया, लहू निकलिया। गुरु साहब कहंदे ने हुण बस, होर नहीं, चौथा तीर नहीं चलाण देंगा। रोस जाग पिया। जिहड़ा क्रोध है ਉਹਦਾ ਇੱਕ ਚੰਗਾ ਹਿੱਸਾ ਹੈ ਜਿਹਨੂੰ ਰੋਸ ਕਿਹਾ ਗੁਰੂ ਸਾਹਿਬ ਨੇ। ਇਹ ਸਾਰਿਆਂ ਦੇ ਵਿੱਚ ਚੰਗੇ ਹਿੱਸੇ ਨੇ, ਜਿਹਦੇ ਲਗਾਮ ਦੇ ਵਿੱਚ ਇਹ ਪੰਜੋ ਤੁਰਦੇ ਨੇ, ਉਹ ਸੇਵਾ ਕਰਦੇ ਨੇ। ਉਹ ਚੰਗੇ ਹਿੱਸੇ ਪ੍ਰੈਜ਼ੈਂਟ ਹੋ ਜਾਣਗੇ ਤੁਹਾਡੇ ਸਾਹਮਣੇ, ਕਿਉਂਕਿ ਤੁਸੀਂ ਰੱਬ ਨਾਲ ਜੁੜ ਕੇ, ਤੁਸੀਂ ਗੁਰੂ ਨਾਨਕ ਦੀ ਬਾਣੀ ਨਾਲ ਜੁੜ ਕੇ ਇਹਨਾਂ ਚੀਜ਼ਾਂ ਦਾ ਤੁਹਾਨੂੰ ਵਰਤਣਾ ਆ ਜਾਏਗਾ। ਅਸੀਂ ਇਹ ਵਰਤਣਾ ਨਾ ਸਿੱਖ ਸਕੇ। ਬਿਲਕੁਲ ਉਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਮੈਨੂੰ ਬਾਰ-ਬਾਰ ਕਹਿਣਾ ਪੈਂਦਾ ਹੈ ਕਿ ਪਾਠ ਕਰਨਾ, ਬਾਣੀ ਨੂੰ ਪੜ੍ਹਨਾ, ਸੁਣਨਾ ਅਤੇ ਗਾਣਾ, ਇਹ ਤਿੰਨੋਂ ਚੀਜ਼ਾਂ ਅਸੀਂ ਇਹਦੇ 'ਚ ਡੁੱਬ ਗਏ। ਇਹਨੂੰ ਅਸੀਂ ਵਰਤ ਨਾ ਸਕੇ। ਬਾਣੀ ਨੂੰ ਅਸੀਂ ਵਰਤਿਆ ਨਹੀਂ, ਸਮਝਿਆ ਨਹੀਂ, ਇਹਨੂੰ ਬੁੱਝਿਆ ਹੀ ਨਹੀਂ। ਸਿਰਫ ਉਹਨੂੰ ਗਾਇਆ, ਗਾ ਕੇ ਉਹਦੇ ਵਿੱਚ ਡੁੱਬ ਗਏ। ਅਸੀਂ ਗਾਇਕੀ ਦੇ ਵਿੱਚ ਡੁੱਬ ਗਏ। ਅਸੀਂ ਕਲਾਕਾਰ ਬਣ ਗਏ, ਅਸੀਂ ਅਦਾਕਾਰ ਬਣ ਗਏ, ਅਸੀਂ ਗਾਇਕ ਬਣ ਗਏ, ਅਸੀਂ ਫਨਕਾਰ ਬਣ ਗਏ, ਅਸੀਂ ਮਿਊਜ਼ਿਕ ਡਾਇਰੈਕਟਰ ਬਣ ਗਏ, ਹੋਰ ਸਾਰਾ ਕੁਝ ਬਣ ਗਏ। ਮਿਊਜ਼ਿਕ ਦੇ ਨਾਲ ਜਿਹੜੇ ਨਾਂ ਜੁੜਦੇ ਨੇ ਸਿੱਖ, ਉਹ ਸਾਰਾ ਕੁਝ ਬਣ ਗਿਆ। ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਉਹ ਗੁਰੂ ਨਾਨਕ ਦਾ ਪੁੱਤਰ ਨਾ ਬਣ ਸਕਿਆ। ਬਸ ਇੱਥੇ ਘਾਟਾ ਪੈ ਗਿਆ। ਸਿੱਖ ਗਾ ਰਿਹਾ ਅਤੇ ਫਿਰ ਹੋਰ ਗਾ ਰਿਹਾ। ਉਹ ਗਾ ਕੇ ਕਲਾਕਾਰ ਬਣ ਗਿਆ, ਸਿੰਗਰ ਬਣ ਗਿਆ, ਮਿਊਜ਼ਿਕ ਡਾਇਰੈਕਟਰ ਬਣ ਗਿਆ, ਫਨਕਾਰ ਬਣ ਗਿਆ, ਸਟੇਜ ਸ਼ੋਅ ਕਰਦਾ ਹੈ, DJ ਲਾਉਂਦਾ ਹੈ, ਕੀਰਤਨ ਕਰਦਾ ਹੈ, ਬਸ ਗਾ ਰਿਹਾ। ਲੈਣਾ ਕੁਝ ਨਹੀਂ, ਲੈਣਾ ਕੁਝ ਨਹੀਂ, ਲੈਣਾ ਕੁਝ ਨਹੀਂ, ਕੁਛ ਨਹੀਂ ਲੈਣਾ। ਤੋਤਾ ਵੀ ਬੋਲਦਾ ਹੈ, ਮੈਨਾ ਵੀ ਗਾਉਂਦੀ, ਉਹ ਕੁਛ ਨਹੀਂ ਲੈਂਦੇ। ਜਿਹੜੇ ਸਟੇਜ ਸ਼ੋਅ ਹੁੰਦੇ ਨੇ, ਜਿਸਲੇ ਕੋਈ ਦੁਨਿਆਵੀ ਗੀਤ ਗਾਏ ਜਾਂਦੇ ਨੇ, ਕਿਸੇ ਨੇ ਕੋਈ ਲੈਣ ਦੇਣ ਨਹੀਂ ਰੱਖਿਆ ਹੈ। ਗੀਤ ਗਾਉਣ ਵਾਲਾ ਗਾ ਕੇ ਚਲਾ ਗਿਆ, ਪੈਸੇ ਲੈ ਗਿਆ, ਸੁਣਨ ਵਾਲਾ ਮਨੋਰੰਜਨ ਕਰਕੇ ਚਲਾ ਗਿਆ। ਉਸੇ ਤਰ੍ਹਾਂ ਕੀਰਤਨ ਹੋ ਰਿਹਾ। ਬਾਣੀ ਗਾਉਣ ਦਾ ਵਿਸ਼ਾ ਨਹੀਂ ਸੀ। ਇਹਦੇ ਵਿੱਚੋਂ ਕੁਝ ਸਿੱਖਣਾ ਸੀ, ਕੁਝ ਲੈਣਾ ਸੀ, ਇਹਨੂੰ ਸਮਝਣਾ ਸੀ। ਇਹ ਜੀਵਨ ਜਾਚ ਹੈ। ਤੋ ਸਿੱਖਾਂ ਨੇ ਗਾ ਕੇ ਗਾਇਕੀ ਦੇ ਸਾਰੇ ਟਾਈਟਲ ਹਾਸਲ ਕਰ ਲਏ, ਬੜੇ ਨਾਂ ਕਮਾ ਲਏ। ਰਾਗੀ ਬੜਾ ਵਧੀਆ, ਇਹ ਸਿੰਗਰ ਬੜਾ ਵਧੀਆ ਜੀ, ਕਮਾਲ ਦੀ ਆਵਾਜ਼ ਹੈ ਇਹਦੀ, ਬੜੀ ਸੁਰੀਲੀ ਆਵਾਜ਼ ਹੈ, ਤਰਜ਼ਾਂ ਬੜਾ ਵਧੀਆ ਨੇ, ਸਾਰਾ ਕੁਝ ਕਰ ਲਿਆ। ਸਿੰਗਿੰਗ ਨਾਲ ਸੰਬੰਧਿਤ, ਗਾਇਕੀ ਨਾਲ ਸੰਬੰਧਿਤ ਸਿੱਖ ਨੇ ਸਾਰੇ ਟਾਈਟਲ ਹਾਸਲ ਕਰ ਲਏ, ਪਰ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਪੁੱਤਰ ਨਾ ਬਣ ਸਕਿਆ। ਇਸ ਕਰਕੇ ਵੰਸ ਅਗੇਨ ਆਈ ਹੈਵ ਟੂ ਸੇ ਕਿ ਸਿੱਖਾਂ ਨੇ ਸਿੱਖੀ ਨੂੰ ਗਾ ਕੇ